ਆਡੀਓ ਰਿਕਾਰਡਿੰਗ ਰਾਹੀਂ ਪੁੱਛਿਆ ਹੈ ਕਿ ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਕਹਿੰਦੇ ਹਨ ਵੀ ਅੰਦਰੇ ਹੀ ਹੈ। ਬਾਬੇ ਨਾਨਕ ਦੀ ਬਾਣੀ ਜਪਜੀ ਸਾਹਿਬ ਜੀ ਦੇ ਵਿੱਚ ਗੁਰਮੁਖ ਦੇ ਅਵਸਥਾਵਾਂ 4 ਖੰਡਾਂ ਦੇ ਵਿੱਚ ਵੰਡੀਆਂ ਹਨ। ਪਹਿਲਾ ਖੰਡ ਹੈ ਕਰਮ ਖੰਡ, ਫਿਰ ਸਰਮ ਖੰਡ, ਫਿਰ ਧਰਮ ਖੰਡ, ਫਿਰ ਗਿਆਨ ਖੰਡ, ਫਿਰ ਆਖਰੀ ਹੈ ਸੱਚਖੰਡ। ਤੇ ਜਿਹੜਾ ਗੁਰਮੁਖ ਪਿਆਰਾ ਪਰਮਾਰਥ ਦੇ ਮਾਰਗ ਤੇ ਚੱਲਦਾ ਹੈ, ਉਹਦੀਆਂ ਅਵਸਥਾਵਾਂ ਹਨ ਇਹ 4-5। ਇਸਲਾਮ ਧਰਮ ਦੇ ਵਿੱਚ 4 ਖੰਡ ਬਣਾਏ ਹਨ, ਕਿਸੇ ਨੇ 5। ਪੰਤਜਲੀ ਨੇ 8 ਖੰਡਾਂ ਦਾ ਵਰਣਨ ਕੀਤਾ ਹੈ। ਭਾਵ ਕਿ ਪਰਮਾਰਥਿਕ ਪਾਂਧੇ ਚੱਲਣ ਵਾਲਾ ਜਿਹੜਾ ਹੈ ਉਹ ਅਲੱਗ-ਅਲੱਗ ਖੰਡਾਂ ਦੇ ਵਿੱਚ ਦੀ ਹੋ ਕੇ, ਅਲੱਗ-ਅਲੱਗ ਅਵਸਥਾਵਾਂ ਦੇ ਵਿੱਚ ਦੀ ਹੋ ਕੇ ਕਹਿ ਲਈਏ, ਉਸ ਆਖਰੀ ਖੰਡ ਦੇ ਵਿੱਚ ਪਹੁੰਚਦਾ ਹੈ। ਫਿਰ ਖਿਆਲ ਵਿੱਚ ਰੱਖਣਾ ਹੈ ਵੀ ਜ਼ਰੂਰੀ ਨਹੀਂ ਹੈ ਵੀ ਜਿਹੜਾ ਵੀ ਪਰਮਾਤਮਾ ਦੀ ਪ੍ਰਾਪਤੀ ਵੱਲ ਜਾਵੇਗਾ ਉਹ ਹੀ ਇਹਨਾਂ ਖੰਡਾਂ ਦੇ ਵਿੱਚ ਦੀ ਹੋ ਕੇ ਹੀ ਜਾਵੇਗਾ। ਇਹ ਗੱਲ ਖਿਆਲ ਵਿੱਚ ਰੱਖਣੀ ਹੈ ਵੀ ਜਿਹੜਾ ਵੀ ਪ੍ਰਭੂ ਪ੍ਰੇਮੀ ਪਰਮਾਰਥ ਦੇ ਮਾਰਗ ਤੇ ਜਾਵੇਗਾ ਨਾ, ਤੇ ਜਾਂਦਾ ਹੈ ਜਿਵੇਂ, ਜ਼ਰੂਰੀ ਨਹੀਂ ਹੈ ਵੀ ਇਹ ਜਿਹੜੇ ਖੰਡ ਕਹੇ ਹਨ, ਅਵਸਥਾਵਾਂ ਕਹੀਆਂ ਹਨ ਜਿਨ੍ਹਾਂ ਦਾ ਜ਼ਿਕਰ ਹੈ ਵੀ ਹਰ ਇੱਕ ਤੇ ਹੀ ਘਟਣਗੀਆਂ। ਕੋਈ ਹੋ ਸਕਦਾ ਹੈ ਆਖਰੀ ਖੰਡ ਦੇ ਵਿੱਚ ਪਹਿਲਾਂ ਪਹੁੰਚ ਜਾਵੇ, ਕੋਈ ਹੋ ਸਕਦਾ ਹੈ ਤੀਸਰੇ ਖੰਡ ਤੋਂ ਸ਼ੁਰੂ ਕਰੇ, ਕੋਈ ਧਰਮ ਖੰਡ ਤੋਂ ਸ਼ੁਰੂ ਕਰਦਾ ਹੈ। ਕਈ ਕਰਮ ਹੀ ਕਰਦੇ ਰਹਿੰਦੇ ਹਨ ਸਾਰੀ ਜ਼ਿੰਦਗੀ, ਕਈ ਜਨਮ ਕਰਮ ਕਰਦੇ ਲੰਘ ਜਾਂਦੇ ਹਨ, ਇੱਕ ਖੰਡ 'ਚ ਹੀ ਰਹਿੰਦੇ ਹਨ। ਕਈ ਧਰਮ ਖੰਡ 'ਚ ਹੀ ਬਹੁਤ ਸਮਾਂ ਰਹਿੰਦੇ ਹਨ। ਫਿਰ ਗਿਆਨ ਖੰਡ ਹੈ, ਤੇ ਜਿਹੜਾ ਭਗਤੀ ਯੋਗ ਵਾਲਾ ਹੈ ਉਹ ਧਰਮ ਖੰਡ ਤੋਂ ਵੀ ਸੱਚਖੰਡ ਦੇ ਵਿੱਚ ਜਾ ਸਕਦਾ ਹੈ। ਤੇ ਜ਼ਰੂਰੀ ਨਹੀਂ ਹੈ, ਇਹ ਖਿਆਲ ਵਿੱਚ ਰੱਖਣਾ ਹੈ ਵੀ ਇਹਨਾਂ ਖੰਡਾਂ ਦੇ ਵਿੱਚ ਦੀ ਹੀ ਹਰ ਇੱਕ ਨੂੰ ਗੁਜ਼ਰਨਾ ਪਵੇਗਾ ਜਾਂ ਗੁਜ਼ਰਦਾ ਹੈ ਕੋਈ। ਇਹ ਤਾਂ ਸਿਰਫ ਸਮਝਾਉਣ ਵਾਸਤੇ, ਦੱਸਣ ਵਾਸਤੇ। ਫਿਰ ਇਹ ਜਿਹੜਾ ਆਖਰੀ ਖੰਡ ਹੈ ਸੱਚਖੰਡ, ਇਹ ਵੀ ਕਿਹਾ ਹੈ ਵੀ ਜਿਹੜਾ ਗੁਰਮੁਖ ਪਿਆਰਾ ਇਸ ਖੰਡ ਦੇ ਵਿੱਚ ਗਿਆ ਹੋਇਆ ਹੈ, ਉਹਦੀ ਦ੍ਰਿਸ਼ਟੀ ਦੁਆਰਾ ਉਹਨੂੰ ਜੋ ਦਿਖਿਆ ਹੈ ਉਹ ਕਿਹਾ ਹੈ ਵੀ ਆਖਰੀ ਖੰਡ ਦੇ ਵਿੱਚ, ਸੱਚਖੰਡ ਦੇ ਵਿੱਚ ਉਹਨੂੰ ਕੀ ਨਜ਼ਰ ਆਉਂਦਾ ਹੈ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਵੈ ਤਿਵ ਕਾਰ, ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ।
ਕਹਿੰਦੇ ਬਹੁਤ ਹੀ ਕਥਨ ਔਖਾ ਹੈ ਕਰਨਾ, ਕਰੜਾ। ਜਿਵੇਂ ਲੋਹੇ ਨੂੰ ਖਾਣਾ ਔਖਾ ਹੈ, ਇਵੇਂ ਹੀ ਕਥਨ ਕਰਨਾ ਬਹੁਤ ਔਖਾ ਹੈ। ਇਹ ਆਖਰੀ ਅਵਸਥਾ ਨੂੰ ਬਿਆਨ ਕਰਨਾ, ਪਰ ਆਖਰੀ ਅਵਸਥਾ ਦੇ ਵਿੱਚ ਗੁਰਮੁਖ ਪਿਆਰਾ ਜੋ ਮਹਿਸੂਸ ਕਰਦਾ ਹੈ, ਦੇਖਦਾ ਹੈ, ਜੋ ਉਹਦੀ ਫੀਲਿੰਗ ਹੈ ਕਹਿ ਲਈ, ਉਹ ਦੱਸਿਆ ਹੋਇਆ ਹੈ। ਉਹ ਵੀ ਪੂਰਾ ਨਹੀਂ ਦੱਸਿਆ ਜਾ ਸਕਦਾ। ਕਹਿੰਦੇ ਹਨ ਵੀ ਜੋ ਮਹਿਸੂਸ ਕਰਦਾ ਹੈ ਆਖਰੀ ਖੰਡ 'ਚ, ਸੱਚਖੰਡ ਦੇ ਵਿੱਚ। ਤੇ ਇਹਦਾ ਅਰਥ ਇਹ ਨਹੀਂ ਹੈ ਜਿਵੇਂ ਅਕਸਰ ਪ੍ਰੇਮੀ ਪੁੱਛਦੇ ਵੀ ਹਨ, ਕਰਦੇ ਵੀ ਹਨ, ਤੁਸੀਂ ਵੀ ਇਉਂ ਹੀ ਸੋਚਿਆ ਹੈ ਜਿਨ੍ਹਾਂ ਨੇ ਪੁੱਛਿਆ ਹੈ ਵੀ ਸੱਚਖੰਡ ਦੇ ਵਿੱਚ ਪਰਮਾਤਮਾ ਵਸਦਾ ਹੈ। ਨਹੀਂ, ਪਰਮਾਤਮਾ ਕਿਸੇ ਖੰਡ ਵਿੱਚ ਨਹੀਂ ਵਸਦਾ ਹੈ। ਪਰਮਾਤਮਾ ਅਖੰਡ ਹੈ। ਹੁਣ ਇਸੇ ਪੰਕਤੀ ਦੇ ਵਿੱਚ ਹੀ ਕਿਹਾ ਹੈ ਨਿਰੰਕਾਰ ਸੱਚਖੰਡ ਵਸੈ ਨਿਰੰਕਾਰ, ਜਿਹੜਾ ਆਕਾਰ ਤੋਂ ਰਹਿਤ ਹੈ। ਤੇ ਜਿਹੜਾ ਆਕਾਰ ਤੋਂ ਰਹਿਤ ਹੈ ਉਹ ਖੰਡ ਦੇ ਵਿੱਚ ਥੋੜ੍ਹੀ ਵਸੇਗਾ। ਉਹ ਅਖੰਡ ਹੈ, ਉਹਦਾ ਖੰਡਨ ਨਹੀਂ ਹੁੰਦਾ। ਖਿਆਲ ਵਿੱਚ ਰੱਖੋ ਵੀ ਜਿਹੜੇ ਪਰਮ ਗਿਆਨੀ ਹਨ ਨਾ, ਜਿਨ੍ਹਾਂ ਨੇ ਜਾਣਿਆ ਹੈ, ਇਹ ਜਿਨ੍ਹਾਂ ਨੂੰ ਜਣਾਉਂਦੇ ਹਨ, ਦੱਸਦੇ ਹਨ, ਉਹਨਾਂ ਦੀ ਭਾਸ਼ਾ ਦੇ ਵਿੱਚ ਬੋਲਦੇ ਹਨ। ਜੋ ਜਾਣਿਆ ਹੈ ਉਹ ਕਿਹਾ ਨਹੀਂ ਜਾ ਸਕਦਾ, ਕਿਉਂਕਿ ਜਾਣਿਆ ਜਾਂਦਾ ਹੈ ਅਦਵੈਤ ਦੇ ਵਿੱਚ, ਜਿੱਥੇ ਇੱਕੋ ਹੀ ਹੈ, ਜਿੱਥੇ ਅਖੰਡ ਹੈ, ਜਿੱਥੇ ਪਰਿਪੂਰਨ ਹੈ, ਉੱਥੇ ਦਵੈਤ ਨਹੀਂ ਹੈ। ਤੇ ਉਹਨੂੰ ਕਿਹਾ ਵੀ ਨਹੀਂ ਜਾ ਸਕਦਾ, ਦੱਸਿਆ ਵੀ ਨਹੀਂ ਜਾ ਸਕਦਾ, ਪਰ ਫਿਰ ਵੀ ਇਸ਼ਾਰਾ ਕੀਤਾ ਜਾ ਸਕਦਾ ਹੈ। ਤੇ ਜਿੰਨੇ ਵੀ ਪਰਮਾਤਮਾ ਦੇ ਗੁਣ ਹਨ ਨਾ, ਦੱਸੇ ਹੋਏ, ਬਿਆਨ ਕੀਤੇ ਹਨ, ਉਹ ਸਿਰਫ ਇਸ਼ਾਰੇ ਹੀ ਹਨ। ਸ਼ਬਦਾਂ ਵਿੱਚ ਪਰਮਾਤਮਾ ਆਉਂਦਾ ਨਹੀਂ ਹੈ। ਆ ਕਥਨ ਨਾ ਕਥਨਾ ਜਾਏ। ਪਰ ਜਿਹੜੇ ਸਰੋਤੇ ਹਨ ਉਹ ਦਵੈਤ ਦੇ ਵਿੱਚ ਖੜੇ ਹਨ। ਇਉਂ ਤੁਸੀਂ ਸਮਝ ਲਓ, ਤੁਸੀਂ ਦਵੈਤ ਦੇ ਵਿੱਚ ਸੋਚਦੇ ਹੋ, ਬੁੱਧੀ ਸੋਚਦੀ ਦਵੈਤ ਦੇ ਵਿੱਚ। ਅਦਵੈਤ ਨੂੰ ਸੋਚਿਆ ਵੀ ਨਹੀਂ ਜਾ ਸਕਦਾ, ਅਦਵੈਤ ਨੂੰ ਵਿਚਾਰਿਆ ਵੀ ਨਹੀਂ ਜਾ ਸਕਦਾ। ਤੇ ਦਵੈਤ ਦੀ ਭਾਸ਼ਾ ਬੋਲਣੀ ਪੈਂਦੀ। ਪਰਮਾਤਮਾ ਨੂੰ ਸੰਸਾਰ ਨਾਲੋਂ ਅਲੱਗਾ ਕਰਕੇ ਦੱਸਣਾ ਪੈਂਦਾ ਹੈ। ਥੋੜ੍ਹੀ ਪਰਮਾਤਮਾ ਸੰਸਾਰ ਨਾਲੋਂ ਅਲੱਗਾ ਥੋੜ੍ਹੀ ਹੈ। ਜਿਹੜਾ ਜਾਣਦਾ ਹੈ ਉਹ ਤੇ ਇੱਕੋ ਨੂੰ ਹੀ ਜਾਣ ਰਿਹਾ ਹੈ, ਉਹ ਤੇ ਪਰਿਪੂਰਨ ਇੱਕੋ ਹੀ ਹੈ। ਪਰਿਪੂਰਨ ਦਾ ਕੀ ਭਾਵ ਹੁੰਦਾ ਵੀ ਜਿਹੜਾ ਇੰਨਾ ਪੂਰਿਆ ਹੋਇਆ ਹੈ, ਜਿਹਦੇ ਵਿੱਚ ਦੂਸਰੀ ਚੀਜ਼ ਹੋ ਹੀ ਨਹੀਂ ਸਕਦੀ, ਜਿਹਦੇ ਵਿੱਚ ਹੁਣ ਦੂਸਰੀ ਚੀਜ਼ ਹੋ ਨਹੀਂ ਸਕਦੀ। ਤੇ ਦੂਸਰੀ ਬਾਰੇ ਦੱਸਿਆ ਵੀ ਜਾ ਰਿਹਾ ਹੈ ਵੀ ਮਾਇਆ, ਸੰਸਾਰ। ਪਰ ਜਿਹੜਾ ਮਾਇਆਵੀ ਜਗਤ ਦੇ ਵਿੱਚ ਫਸਿਆ ਹੋਇਆ ਹੈ, ਉਹਨੂੰ ਤੇ ਦੂਸਰਾ ਹੈ ਹੀ ਨਾ। ਜਿਹੜਾ ਹੁਣ ਖੰਡ ਖੰਡ ਦੇ ਵਿੱਚ ਫਸਿਆ ਹੋਇਆ ਹੈ, ਤਾਂ ਉਹਨੂੰ ਖੰਡ ਦੇ ਹਿਸਾਬ ਦੇ ਨਾਲ ਹੀ ਸਮਝਾਉਣਾ ਪਵੇਗਾ। ਉਹਨੂੰ ਖੰਡ ਖੰਡ ਕਰਕੇ ਹੀ ਸਮਝਾਉਣਾ ਪਵੇਗਾ, ਟੁਕੜੇ ਟੁਕੜੇ ਕਰਕੇ ਕਹਿ ਲਈ। ਉਹ ਟੁਕੜਿਆਂ 'ਚ ਫਸਿਆ ਹੋਇਆ ਹੈ। ਤੇ ਜਿਹੜਾ ਜਾਣਦਾ ਹੈ ਉਹ ਤਾਂ ਜਾਣਦਾ ਹੈ ਅਖੰਡ ਹੈ।
तो सदा रहण वाला है ਤੇ ਪਰਿਪੂਰਨ ਹੈ। ਕਹਿੰਦੇ ਨਾ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਇਹਦਾ ਕੀ ਭਾਵ ਹੁੰਦਾ ਵੀ ਉਹਦੇ 'ਚ ਘੱਟ ਵਾਧਾ ਨਹੀਂ ਹੁੰਦਾ, ਉਹ ਪਰਿਪੂਰਨ ਹੈ। ਤੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਉਹ ਹੀ ਹੈ ਸਦਾ ਤੋਂ। ਇਹ ਵੀ ਕਹਿ ਰਹੇ ਹਨ ਉਹ, ਜਦੋਂ ਸੱਚ ਹੀ ਹੈ ਤੇ ਫਿਰ ਆਦ ਸੱਚ ਜੁਗਾਦ ਸੱਚ ਦਾ ਕੀ ਭਾਵ ਹੋਇਆ? ਉਹਦੇ ਵਿੱਚ ਕੋਈ ਸਮੇਂ ਥੋੜ੍ਹੀ ਹੈ ਵੀ ਪਿੱਛੇ ਵੀ ਉਹ ਸੀ ਅੱਗੇ ਵੀ ਉਹ ਸੀ। ਪਰਮਾਤਮਾ ਵਿੱਚ ਥੋੜ੍ਹੀ ਹੈ ਪਿੱਛੇ ਅੱਗੇ ਕੁਛ। ਇਹ ਸਿਰਫ ਜਿਹੜੇ ਸਰੋਤੇ ਹਨ ਉਹਨਾਂ ਨੂੰ ਦੱਸਣ ਵਾਸਤੇ ਇਹ ਗੱਲ ਖਿਆਲ ਵਿੱਚ ਰੱਖਣੀ। ਜੋ ਕਿਹਾ ਹੈ ਨਾ, ਉਹ ਸੰਸਾਰੀ ਵਿਅਕਤੀ ਨੂੰ ਧਿਆਨ ਵਿੱਚ ਰੱਖ ਕੇ, ਸਰੋਤੇ ਨੂੰ ਧਿਆਨ ਵਿੱਚ ਰੱਖ ਕੇ ਕਿਹਾ ਗਿਆ ਹੈ। ਓਨਾ ਹੀ ਕਿਹਾ ਗਿਆ ਹੈ ਜਿੰਨਾ ਕੁ ਸਰੋਤਾ ਸਮਝ ਸਕਦਾ ਹੈ। ਪੂਰਾ ਦਾ ਪੂਰਾ ਗਿਆਨ ਉਹਨਾਂ ਨੇ ਉੰਡੇਲਿਆ ਨਹੀਂ ਹੈ ਜੋ ਜਾਣਦੇ ਹਨ। ਜੋ ਜਾਣਿਆ ਜਾਂਦਾ ਹੈ ਉਹ ਪੂਰਾ ਦੱਸਿਆ ਵੀ ਨਹੀਂ ਜਾ ਸਕਦਾ, ਕਠਿਨ ਹੈ। ਕਥਨਾ ਕਰੜਾ ਸਾਰ ਬਹੁਤ ਔਖਾ ਹੈ। ਪਰ ਜਾਣਿਆ ਜਿਹੜਾ ਜਾਂਦਾ ਹੈ ਨਾ, ਉਹ ਤੇ ਜਾਣਿਆ ਜਾਂਦਾ ਹੈ ਉੱਥੇ ਜਿੱਥੇ ਨਾ ਸਮਝ ਹੁੰਦੀ ਹੈ, ਨਾ ਬੁੱਧੀ ਹੁੰਦੀ ਹੈ, ਨਾ ਮਨ ਹੁੰਦਾ ਹੈ, ਨਾ ਵਿਚਾਰ ਹੁੰਦਾ, ਕੁਛ ਵੀ ਨਹੀਂ। ਤੁਹਾਨੂੰ ਇਹ ਸਮਝ ਵੀ ਨਹੀਂ ਸਕਦੇ, ਨਾ ਬੁੱਧੀ ਸਮਝ ਸਕਦੀ। ਉਹ ਅਕਲ ਤੋਂ ਪਰੇ, ਸਮਝ ਤੋਂ ਪਰੇ, ਅਗਾਧ ਬੋਧ। ਉਹਦੇ ਬਾਰੇ ਨਹੀਂ ਦੱਸਿਆ ਜਾ ਰਿਹਾ। ਸੱਚਖੰਡ ਇਹ ਸਿਰਫ ਗੁਰਮੁਖ ਪਿਆਰਾ ਜਿਹੜੇ ਖੰਡ ਦੇ ਵਿੱਚ ਹੈ ਨਾ, ਆਖਰੀ ਖੰਡ, ਉਹਦੇ ਵਿੱਚ ਕੀ ਕੀ ਪ੍ਰਤੀਤ ਹੁੰਦਾ ਹੈ ਉਹਨੂੰ ਉਹ ਵੀ ਪੂਰਾ ਨਹੀਂ ਦੱਸਿਆ। ਕਹਿੰਦੇ ਦੱਸਿਆ ਨਹੀਂ ਜਾ ਸਕਦਾ। ਫਿਰ ਵੀ ਰੰਚਕ ਮਾਤਰ ਇਸ਼ਾਰਾ ਕੀਤਾ ਹੈ ਵੀ ਐਸਾ ਐਸਾ ਉਹਨੂੰ ਉਸ ਖੰਡ ਦੇ ਵਿੱਚ ਪ੍ਰਤੀਤ ਹੁੰਦਾ ਹੈ। ਪਰਮਾਤਮਾ ਅਖੰਡ ਹੈ, ਇਸੇ ਕਰਕੇ ਉਹਨੂੰ ਨਿਰੰਕਾਰ ਕਹਿੰਦੇ ਹਨ। ਪਰਮਾਤਮਾ ਦਾ ਕੋਈ ਖੰਡ ਨਹੀਂ ਹੋ ਸਕਦਾ ਹੈ। ਸੰਸਾਰ ਦੇ ਖੰਡ ਹਨ, ਜਿਵੇਂ ਕਹਿੰਦੇ ਹਨ 9 ਖੰਡ ਪ੍ਰਿਥਵੀ, ਸਥੂਲ ਦੇ ਖੰਡ ਹਨ। ਦਰਅਸਲ ਝੂਠ ਦੇ ਖੰਡ ਹੁੰਦੇ ਹਨ, ਸੱਚ ਦਾ ਕੋਈ ਖੰਡ ਥੋੜ੍ਹੀ ਹੈ। ਐਸਾ ਥੋੜ੍ਹੀ ਹੈ ਪਰਮਾਤਮਾ ਕਿਸੇ ਖੰਡ ਦੇ ਵਿੱਚ ਬੈਠਾ, ਕਿਸੇ ਟੁਕੜੇ ਦੇ ਵਿੱਚ ਬੈਠਾ, ਕਿਸੇ ਜਗ੍ਹਾ ਦੇ ਵਿੱਚ ਬੈਠਾ, ਨਹੀਂ। ਉਹ ਜਗ੍ਹਾ ਤੋਂ ਮੁਕਤ ਹੈ, ਉਹ ਦੇਸਾਤੀਤ ਹੈ, ਉਹ ਕਾਲ ਤੋਂ ਵੀ ਮੁਕਤ ਹੈ। ਇਸ ਕਰਕੇ ਉਹਨੂੰ ਕਾਲ ਕਿਹਾ ਹੈ। ਸਮੇਂ ਦੇ ਵਿੱਚ ਥੋੜ੍ਹੀ ਹੈ ਪਰਮਾਤਮਾ ਵੀ ਪਿੱਛੇ ਸੀ, ਕਿਹੜੇ ਸਮੇਂ ਸੀ, ਹੁਣ ਕਿਹੜੇ ਸਮੇਂ ਹੋਵੇਗਾ। ਪਰਮਾਤਮਾ ਐਸਾ ਥੋੜ੍ਹੀ ਆਪਾਂ ਕਹਿ ਸਕਦੇ। ਅਕਾਲ, ਕਾਲ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ, ਸਪੇਸ ਤੋਂ ਰਹਿਤ ਹੈ। ਪਰਮਾਤਮਾ ਦੇ ਵਿੱਚ ਸਾਰੀ ਜਗ੍ਹਾ ਹੈ, ਪਰਮਾਤਮਾ ਕਿਸੇ ਜਗ੍ਹਾ ਵਿੱਚ ਨਹੀਂ। ਤੇ ਖੰਡ ਬਾਹਰ ਹਨ ਸੰਸਾਰ ਦੇ। ਤੁਸੀਂ ਜਿੱਥੇ ਰਹਿ ਰਹੇ ਹੋ, ਸੰਸਾਰ ਸਥੂਲ ਹੈ ਜਿਹਨੂੰ ਦੇਖ ਰਹੇ ਹੋ, ਤੇ ਤੁਸੀਂ ਖੰਡਾਂ ਦੇ ਨਾਲ ਜੁੜੇ ਹੋਏ ਹੋ। ਤੁਹਾਡੀ ਬਿਰਤੀ ਖੰਡ ਖੰਡ ਹੋਈ ਪਈ ਹੈ। ਤੇ ਪਹਿਲਾਂ ਇਸ ਬਿਰਤੀ ਨੂੰ ਅਖੰਡ ਕਰਨਾ ਹੈ, ਤੇ ਅਖੰਡ ਕਰਨ ਵਾਸਤੇ ਇੱਕ ਖੰਡ ਦੇ ਨਾਲ ਜੋੜਨਾ ਹੈ। ਇਹ ਖੰਡ ਬਣਾਏ ਹਨ ਵੀ ਅਭਿਆਸ ਦੁਆਰਾ ਤੁਸੀਂ ਇੱਕ ਖੰਡ ਦੇ ਵਿੱਚ ਪ੍ਰਵੇਸ਼ ਕਰੋ, ਧਰਮ ਖੰਡ ਦੇ ਵਿੱਚ, ਗਿਆਨ ਖੰਡ ਦੇ ਵਿੱਚ। ਵੀ ਬਾਹਰ ਜਿਹੜੀ ਫੈਲੀ ਹੋਈ ਹੈ ਤੁਹਾਡੀ ਸੁਰਤ ਬਿਰਤੀ, ਸੰਸਾਰ ਦੇ ਖੰਡਾਂ ਦੇ ਵਿੱਚ ਫੈਲੀ ਹੋਈ ਹੈ ਨਾ। ਤੁਸੀਂ ਇੱਕ ਜਗ੍ਹਾ ਥੋੜ੍ਹੀ ਟਿਕੇ ਹੋਏ ਹੋ, ਸੋਚੀ ਜਾ ਰਹੇ ਹੋ। ਤੇ ਸਿਰਫ ਸੁਰਤ ਕਰਕੇ ਹੀ ਤੁਸੀਂ ਸੰਸਾਰ ਦੇ ਨਾਲ ਜੁੜੇ ਹੋ, ਸਮੋਹਿਤ ਹੋ ਗਏ ਹੋ ਮਿਰਤ ਮੰਡਲ ਦੇ ਨਾਲ।
ਸੰਸਾਰ ਪਰਮਾਤਮਾ ਦੇ ਵਿੱਚ ਵੈਸੇ ਹੀ ਹੈ ਜੈਸੇ ਰਾਤ ਨੂੰ ਤੁਹਾਡੇ ਵਿੱਚ ਸੁਪਨਾ ਹੈ। ਤੁਸੀਂ ਸੁਪਨੇ ਦੇ ਨਾਲ ਜੁੜ ਜਾਂਦੇ ਹੋ, ਜਿਵੇਂ ਕੋਈ ਜੁੜ ਜਾਂਦਾ ਹੈ, ਤੁਸੀਂ ਵੀ ਖਿਆਲ ਕੀਤਾ ਹੋਵੇਗਾ, ਤੇ ਜੁੜ ਕੇ ਤੁਸੀਂ ਦੁੱਖ ਪਾਉਂਦੇ ਹੋ। ਦੁਖਦਾਈ ਸੁਪਨਾ ਆ ਰਿਹਾ ਹੋਵੇ, ਰੋਂਦੇ ਹੋ, ਨੱਠਦੇ ਹੋ, ਭੱਜਦੇ ਹੋ, ਤੜਫਦੇ ਹੋ, ਹੈ ਕੁਝ ਜੁੜ ਕੇ ਹੀ ਨਾ, ਸਮੋਹਿਤ ਹੋ ਗਏ। ਇੱਦਾਂ ਤੁਸੀਂ ਸੰਸਾਰ ਦੇ ਨਾਲ ਸਮੋਹਿਤ ਹੋ ਰਹੇ ਹੋ। ਸੰਸਾਰ ਪਰਮਾਤਮਾ ਦਾ ਸੁਪਨਾ ਹੈ, ਮਾਇਆ ਵੀ ਹੈ, ਖੇਲ ਹੈ, ਚੱਲ ਰਿਹਾ ਹੈ, ਮਿਟ ਰਿਹਾ ਹੈ ਨਾਲੋਂ ਨਾਲ, ਥਿਰ ਨਹੀਂ ਹੈ, ਟਿਕਿਆ ਹੋਇਆ ਥੋੜ੍ਹੀ ਹੈ ਕੁਛ ਵੀ। ਤੇ ਜਿਹੜੇ ਖੰਡ ਹਨ ਇਹ ਜੁੜੇ ਹੋਏ ਹਨ, ਕਿਸੇ ਦਿਨ ਬਿਖਰ ਜਾਣਗੇ। ਖਾੜੇ ਖੰਡ ਹੀ ਮਿਟ ਜਾਂਦੇ ਹਨ, ਫਿਰ ਉਹ ਅਖੰਡ ਦੇ ਵਿੱਚ ਲੀਨ ਹੋ ਜਾਂਦੇ ਹਨ। ਤੇ ਤੁਸੀਂ ਖੰਡਾਂ ਦੇ ਵਿੱਚ ਫਸੇ ਹੋਏ ਹੋ। ਇਹ ਸਰੋਤਿਆਂ ਵਾਸਤੇ ਕਿਹਾ ਹੈ ਵੀ ਤੁਸੀਂ ਇਹਨਾਂ ਖੰਡਾਂ ਦੇ ਵਿੱਚੋਂ ਆਪਣੀ ਬਿਰਤੀ ਨੂੰ ਕੱਢ ਕੇ ਪਹਿਲਾਂ ਇੱਕ ਖੰਡ ਦੇ ਵਿੱਚ ਜੋੜੋ, ਅੰਦਰ ਧਰਮ ਖੰਡ ਦੇ ਵਿੱਚ ਜੋੜ ਦਿਓ, ਧਾਰਮਿਕ ਹੋ ਜਾਓ। ਧਾਰਮਿਕ ਦਾ ਭਾਵ ਕਿ ਪਰਮਾਤਮਾ ਦੀ ਪਿਆਸ ਤੁਹਾਡੇ ਅੰਦਰ ਪੈਦਾ ਹੋ ਜਾਵੇ, ਤਾਂ ਉਹ ਹੀ ਧਾਰਮਿਕ ਹੈ। ਤੇ ਪਰਮਾਤਮਾ ਦੀ ਪਿਆਸ ਵੱਲ ਸਾਰਾ ਹੀ ਧਿਆਨ ਚਲੇ ਜਾਵੇ, ਬਾਹਰਲੇ ਖੰਡਾਂ ਨਾਲੋਂ ਹਟ ਜਾਵੇ, ਤੇ ਤੁਸੀਂ ਧਾਰਮਿਕ ਹੋ ਗਏ, ਧਰਮ ਖੰਡ ਦੇ ਵਿੱਚ ਪ੍ਰਵੇਸ਼ ਹੋ ਗਏ। ਫਿਰ ਜਿਵੇਂ ਜਿਵੇਂ ਤੁਹਾਨੂੰ ਪਿਆਸ ਵੱਧਦੀ ਜਾਵੇਗੀ ਪਰਮਾਤਮਾ ਦੀ, ਪਰਮਾਤਮਾ ਵੱਲ ਜਾਓਗੇ, ਤਿਵੇਂ ਤਿਵੇਂ ਗਿਆਨ ਵੀ ਹੁੰਦਾ ਜਾਵੇਗਾ। ਪਤਾ ਲੱਗਦਾ ਜਾਵੇਗਾ ਵੀ ਅਸੀਂ ਝੂਠ ਦੇ ਵਿੱਚ ਫਸੇ ਸੀ। ਪਤਾ ਝੂਠ ਦਾ ਲੱਗਦਾ ਹੈ ਵੀ ਅਸੀਂ ਝੂਠ ਦੇ ਵਿੱਚ ਫਸੇ ਸੀ। ਗਿਆਨ ਝੂਠ ਦਾ ਹੁੰਦਾ ਹੈ ਬੁੱਧੀ ਦੁਆਰਾ। ਫਿਰ ਹੌਲੀ ਹੌਲੀ ਜਗਿਆਸੂ ਜਿਹੜਾ ਹੈ ਗੁਰਮੁਖ ਪਿਆਰਾ, ਉਹਨੂੰ ਪਤਾ ਲੱਗਦਾ ਹੈ ਵੀ ਝੂਠ ਹੈ, ਛਲਾਵਾ ਹੈ, ਮਾਇਆ ਛਲਣੀ ਹੈ, ਵੀ ਛਲ ਲੈਂਦੀ ਹੈ। ਬੜਿਆਂ ਬੜਿਆਂ ਨੂੰ ਛਾਲਿਆ, ਮੈਂ ਕਿਹੜੀ ਚੀਜ਼। ਤੇ ਗੁਰਮੁਖ ਪਿਆਰਾ ਜਾਣਦਾ ਹੈ ਤੇ ਇਹਦੇ ਤੋਂ ਧਿਆਨ ਹਟਾਉਂਦਾ ਹੈ, ਤੇ ਉਸ ਸੱਚਖੰਡ ਵੱਲ ਜਾਂਦਾ ਹੈ, ਜਿਹੜਾ ਅਖੰਡ ਹੈ, ਉੱਧਰ ਨੂੰ ਜਾਂਦਾ ਹੈ।